ਕਿਰਪਾਨ ਤੇ ਵਿਵਾਦ ਵਿਚਾਲੇ ਸਿਮਰਨਜੀਤ ਸਿੰਘ ਮਾਨ ਦੀ ਦਲੀਲ, ਕਿਹਾ ਹਿੰਦੂ ਜਨੇਊ ਪਾ ਕੇ ਜਹਾਜ਼ 'ਚ ਕਰ ਸਕਦੇ ਨੇ ਸਫ਼ਰ ਤਾਂ ਸਿੱਖ ਕਿਉਂ ਨਹੀਂ ਲੈ ਜਾ ਸਕਦਾ ਕਿਰਪਾਨ। ਜਨੇਊ ਨਾਲ ਵੀ ਕਿਸੇ ਦਾ ਘੁੱਟਿਆ ਜਾ ਸਕਦਾ ਗਲਾ, ਕਿਰਪਾਨ ਨਹੀਂ ਤਾਂ ਜਨੇਊ ਨਹੀਂ। ਐਕਸਾਈਜ਼ ਪਾਲਿਸੀ ਨੂੰ ਲੈ ਕੇ ਮਨੀਸ਼ ਸਿਸੋਦੀਆ ਦੇ ਘਰ 14 ਘੰਟੇ ਤੱਕ ਚੱਲੀ ਰੇਡ। ਸਿਸੋਦੀਆ ਦਾ ਲੈਪਟਾਪ ਤੇ ਫੋਨ ਜ਼ਬਤ। ਐਫਆਈਆਰ ਦੇ ਵਿੱਚ ਬਾਈ ਨੇਮ ਸਿਸੋਦੀਆ ਸਮੇਤ 15 ਮੁਲਜ਼ਮ। ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਰੇਡ ਤੇ ਛਿੜਿਆ ਸਿਆਸੀ ਘਮਸਾਨ। ਆਮ ਆਦਮੀ ਪਾਰਟੀ ਬੋਲੀ ਸ਼ਰਾਬ ਨੀਤੀ ਦੀ ਜਾਂਚ ਨਹੀਂ, ਮਕਸਦ ਹੈ ਕੇਜਰੀਵਾਲ ਦੀ ਲੋਕਪ੍ਰਿਯਤਾ ਨੂੰ ਰੋਕਣਾ। ਤਾਂ ਬੀਜੇਪੀ ਦਾ ਪਲਟਵਾਰ, ਕੇਜਰੀਵਾਲ ਹੀ ਐਕਸਾਈਜ਼ ਘੁਟਾਲੇ ਦੇ ਡਾਇਰੈਕਟਰ। ਮੋਹਾਲੀ ਪੁਲਿਸ ਨੇ ਕਿਡਨੈਪਰਾਂ ਦੀ ਕੈਦ ਚੋਂ ਛੁਡਵਾਇਆ ਨੌਜਵਾਨ। ਕੁਰਸੀ ਤੇ ਰੱਸਿਆਂ ਨਾਲ ਬੰਨ੍ਹ ਕੇ ਰੱਖਿਆ ਸੀ ਨੌਜਵਾਨ। ਨਿਊਜ਼ 18 ਤੇ ਨੌਜਵਾਨ ਨੂੰ ਛੁਡਵਾਉਣ ਦੀਆਂ ਲਾਈਵ ਤਸਵੀਰਾਂ। ਮੋਗਾ ਦੀ ਪੀੜਤਾ ਨੇ ਪੁਲਿਸ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਲਗਾਈ ਗੁਹਾਰ, ਕਿਹਾ ਮੁੰਡੇ ਨੇ ਫੋਨ ਕਰਕੇ ਬੁਲਾਇਆ, ਦੋਸਤਾਂ ਨਾਲ ਮਿਲ ਕੇ ਜ਼ਬਰਦਸਤੀ ਦੀ ਕੀਤੀ ਕੋਸ਼ਿਸ਼। ਤਾਂ ਮੁੰਡੇ ਦਾ ਪਰਿਵਾਰ ਬੋਲਿਆ ਵਿਆਹ ਲਈ ਦਬਾਅ ਬਣਾ ਰਹੀ ਸੀ ਕੁੜੀ। ਲਖੀਮਪੁਰ 'ਚ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ। 31 ਜਥੇਬੰਦੀਆਂ ਦੇ ਰਹੀਆਂ ਨੇ ਧਰਨਾ। ਅਜੇ ਮਿਸ਼ਰਾ ਦੀ ਬਰਖਾਸਤਗੀ ਦੀ ਕੀਤੀ ਜਾ ਰਹੀ ਮੰਗ। ਤੀਜੀ ਵੰਦੇ ਭਾਰਤ ਟ੍ਰੇਨ ਦਾ ਹੋਇਆ ਟ੍ਰਾਇਲ। ਮੋਰਿੰਡਾ ਤੋਂ ਸਾਹਨੇਵਾਲ ਵਿਚਾਲੇ ਟਰੈਕ ਤੇ ਦੌੜੀ ਵੰਦੇ ਭਾਰਤ। ਰੇਲ ਮੰਤਰੀ ਨੇ ਟਵਿੱਟਰ ਤੇ ਸਾਂਝੀਆਂ ਕੀਤੀਆਂ ਤਸਵੀਰਾਂ। सत श्री अकाल, मैं अर्शदीप संधू, न्यूज़ 18 पंजाब हरियाणा हिमाचल देख रहे दर्शकों का स्वागत है। शुरुआत करते हैं वड्डी खबर दे नाल। जहाज दे विच किरपान समेत सफर करन दी खुल ते पाबंदी लाउण संबंधी पाई पटीशन ते सिमरनजीत सिंह मान ने वखरी दलील दित्ती है। सिमरनजीत सिंह मान ने पूछा है कि जे किरपान ते पाबंदी लाउण दी गल हो रही है तो जनेऊ पाउण दी खुल क्यों है? जनेऊ भी जानलेवा हो सकता है। ਦਿੱਲੀ ਹਾਈ ਕੋਰਟ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਨੂੰ ਲੈ ਕੇ ਪਾਈ ਪਟੀਸ਼ਨ ਤੇ ਵਿਵਾਦ ਛਿੜ ਗਿਆ। ਪਟੀਸ਼ਨ ਦੇ ਵਿੱਚ ਸਿੱਖਾਂ ਨੂੰ ਘਰੇਲੂ ਹਵਾਈ ਉਡਾਣਾਂ ਦੇ ਵਿੱਚ ਕਿਰਪਾਨ ਪਾਉਣ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਹਾਈ ਕੋਰਟ ਨੇ ਕਿਰਪਾਨ ਤੇ ਰੋਕ ਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਪਰ ਇਸ ਪਟੀਸ਼ਨ ਤੇ ਸਿਆਸੀ ਘਮਸਾਨ ਮਚ ਗਿਆ। ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਇੱਕ ਬਿਆਨ ਦਿੱਤਾ ਹੈ, ਜਿਸ ਦੇ ਵਿੱਚ ਉਹਨਾਂ ਹਵਾਈ ਸਫ਼ਰ ਦੇ ਦੌਰਾਨ ਹਿੰਦੂਆਂ ਵੱਲੋਂ ਪਾਏ ਜਾਂਦੇ ਜਨੇਊ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਐਮਪੀ ਮਾਨ ਦਾ ਕਹਿਣਾ ਹੈ ਕਿ ਜੇ ਹਿੰਦੂ ਜਨੇਊ ਪਾ ਕੇ ਜਹਾਜ਼ ਦੇ ਵਿੱਚ ਸਫ਼ਰ ਕਰ ਸਕਦੇ ਨੇ ਤਾਂ ਸਿੱਖ ਕਿਰਪਾਨ ਲੈ ਕੇ ਕਿਉਂ ਨਹੀਂ ਜਾ ਸਕਦੇ। ਇਹਦੇ ਨਾਲ ਤੋੜ ਭੰਨ ਬਿਲਕੁਲ ਹੋ ਜੂਗੀ ਜੇ ਹਾਈ ਕੋਰਟ ਨੇ ਇਹੋ ਜਿਹਾ ਫੈਸਲਾ ਕਰਤਾ ਕਿ ਸਿੱਖ ਆਪਣੀ ਕਿਰਪਾਨ ਨਹੀਂ ਪਹਿਨ ਸਕਦੇ ਹੈਗੇ। ਪਹਿਲਾਂ ਮੈਨੂੰ ਪਾਰਲੀਮੈਂਟ 'ਚ ਨਹੀਂ ਜਾਣ ਦਿੱਤਾ ਹੈਗਾ, ਮੇਰਾ ਹੱਕ ਜਿਹੜਾ ਸੰਵਿਧਾਨ ਦੀ 25 ਧਾਰਾ ਦੇ ਵਿੱਚ ਲਿਖਿਆ ਹੋਇਆ। ਹੁਣ ਕੀ ਸਿੱਖ ਜੇ ਸਫ਼ਰ ਕਰ ਰਹੇ ਹੈ ਉਹ ਕਿਰਪਾਨ ਨਹੀਂ ਪਹਿਨ ਸਕਦੇ। ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਦਲੀਲ ਦਿੱਤੀ ਹੈ ਕਿ ਜੇਕਰ ਸਿੱਖਾਂ ਦੀ ਕਿਰਪਾਨ ਨੂੰ ਖਤਰਾ ਮੰਨਿਆ ਜਾ ਰਿਹਾ ਹੈ ਤਾਂ ਜਨੇਊ ਦੀ ਡੋਰੀ ਦੇ ਨਾਲ ਕਿਸੇ ਦਾ ਵੀ ਗਲਾ ਦਬਾਇਆ ਜਾ ਸਕਦਾ ਹੈ। ਉਹਨਾਂ ਆਪਣੀ ਦਲੀਲ 'ਚ ਜਨੇਊ ਨੂੰ ਵੀ ਕਿਰਪਾਨ ਜਿੰਨਾ ਹੀ ਖਤਰਨਾਕ ਦੱਸਿਆ। ਮੈਂ ਕਹੂੰਗਾ ਕਿ ਜਿਹੜੇ ਹਿੰਦੂ ਸਾਡੇ ਭਰਾ ਜਨੇਊ ਪਹਿਨਦੇ ਹੈ, ਜਿਹਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਸਾਹਿਬ ਨੇ ਤਾਂ ਜਨੇਊ ਬਿਲਕੁਲ ਸਦਾ ਦੇ ਲਈ ਛੱਡਤਾ ਸੀ, ਪਰ ਉਹਦੀ ਰੱਖਿਆ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ। ਡੋਰ ਚੀਨੀਆਂ ਦੀ ਹੈ, ਜੇ ਉਹਦਾ ਜਨੇਊ ਕੋਈ ਪਹਿਨ ਕੇ ਚਲਿਆ ਜਾਊਗਾ ਉਹ ਤਾਂ ਕਿਸੇ ਦਾ ਗਲ ਵੀ ਵੱਢ ਸਕਦਾ ਹੈ, ਜ਼ਖਮ ਵੀ ਕਰ ਸਕਦਾ ਹੈ। ਦਰਅਸਲ ਇਹ ਪਟੀਸ਼ਨ ਹਿੰਦੂ ਨੇਤਾ ਹਰਸ਼ ਵਿਬੋਰ ਸਿੰਗਲ ਨੇ ਪਾਈ ਹੈ, ਜਿਨ੍ਹਾਂ ਤਰਕ ਦਿੱਤਾ ਹੈ ਕਿ ਕਿਰਪਾਨ ਕਤਲ ਦੇ ਵਿੱਚ ਵਰਤਿਆ ਜਾਣ ਵਾਲਾ ਬਲੇਡ ਹੈ ਤੇ ਫਲਾਈਟਸ ਦੇ ਵਿੱਚ ਇਸ ਦੀ ਇਜਾਜ਼ਤ ਦੇਣਾ ਸ਼ਹਿਰੀ ਹਵਾਬਾਜ਼ੀ ਦੇ ਲਈ ਖਤਰਨਾਕ ਹੈ। ਅਸਲ 'ਚ ਸਰਕਾਰ ਨੇ ਹਾਲ ਹੀ ਦੇ ਵਿੱਚ ਸਿੱਖਾਂ ਨੂੰ ਹਵਾਈ ਸਫ਼ਰ ਦੇ ਦੌਰਾਨ ਕਿਰਪਾਨ ਲੈ ਕੇ ਜਾਣ ਦੀ ਮਨਜ਼ੂਰੀ ਦਿੱਤੀ ਸੀ। ਏਅਰ ਇੰਡੀਆ ਵੱਲੋਂ ਜਾਰੀ ਜਾਣਕਾਰੀ ਦੇ ਮੁਤਾਬਿਕ ਸਿੱਖਾਂ ਨੂੰ ਘਰੇਲੂ ਉਡਾਣਾਂ ਦੇ ਦੌਰਾਨ ਬਲੇਡ ਦੀ ਲੰਬਾਈ 6 ਇੰਚ ਤੇ ਮਿਆਨ ਦੇ ਨਾਲ ਕਿਰਪਾਨ ਦੀ ਕੁੱਲ ਲੰਬਾਈ 9 ਇੰਚ ਹੋਣੀ ਚਾਹੀਦੀ ਹੈ, ਜਦਕਿ ਕੌਮਾਂਤਰੀ ਉਡਾਣਾਂ ਮੌਕੇ ਭਾਰਤੀ ਰਜਿਸਟਰਡ ਹਵਾਈ ਕੰਪਨੀਆਂ ਦੇ ਜਹਾਜ਼ਾਂ ਦੇ ਅੰਦਰ ਬਲੇਡ ਦੀ ਲੰਬਾਈ 6 ਇੰਚ ਤੇ ਕਿਰਪਾਨ ਦੀ ਕੁੱਲ ਲੰਬਾਈ 9 ਇੰਚ ਹੀ ਨਿਯਤ ਕੀਤੀ ਗਈ ਹੈ। ਪਰ ਵਿਦੇਸ਼ੀ ਰਜਿਸਟਰਡ 에ਅਰਲਾਈਨਸ ਦੇ ਜਹਾਜ਼ਾਂ ਦੇ ਵਿੱਚ ਸਿੱਖਾਂ ਨੂੰ ਕਿਰਪਾਨ ਪਾਉਣ ਤੇ ਪੂਰਨ ਤੌਰ ਤੇ ਪਾਬੰਦੀ ਹੈ। ਉਧਰ ਅਖਿਲ ਹਿੰਦੂ ਪ੍ਰੀਸ਼ਦ ਦੇ ਆਗੂ ਵਿਜੇ ਭਾਰਦਵਾਜ ਨੇ ਮਾਨ ਦੇ ਬਿਆਨ ਨੂੰ ਹਿੰਦੂਆਂ ਦੇ ਨਾਲ ਨਫ਼ਰਤ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਮਾਨ ਜਾਣਬੁੱਝ ਕੇ ਜਨੇਊ ਦੀ ਤੁਲਨਾ ਕਿਰਪਾਨ ਦੇ ਨਾਲ ਕਰ ਰਹੇ ਨੇ। ਦੇ ਵਾਸਤੇ ਸਾਡੇ ਵੱਲੋਂ ਕੋਈ ਵਿਰੋਧ ਨਹੀਂ ਹੈ, ਬਿਲਕੁਲ ਹੀ ਵਿਰੋਧ ਨਹੀਂ ਹੈ ਵੀ ਅਗਰ ਚਾਦਰਾ ਪਾ ਕੇ ਜਹਾਜ਼ ਦੇ ਵਿੱਚ ਜਾਂਦਾ ਹੈ, ਅਸੀਂ ਐਜ਼ ਏ ਹਿੰਦੂ ਮੈਂ ਗੱਲ ਕਰਦਾ ਪਿਆ ਜਿਹੜੀ ਕਿਰਪਾਨ ਦੀ ਗੱਲ ਸਿਮਰਨਜੀਤ ਸਿੰਘ ਮਾਨ ਕਰਦਾ ਪਿਆ, ਮੈਨੂੰ ਉਹ ਕਿਰਪਾਨ ਨਹੀਂ ਲੈ ਕੇ ਜਾਣ ਦਿੰਦੇ ਪਏ, ਉਹ ਲੋਕਾਂ ਨੂੰ ਭੜਕਾ ਰਿਹਾ।
ਦਿੱਲੀ ਹਾਈ ਕੋਰਟ ਨੇ ਫਿਲਹਾਲ ਕਿਰਪਾਨ ਪਾਉਣ ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਗ੍ਰਹਿ ਮੰਤਰਾਲੇ ਤੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਤੋਂ ਜਵਾਬ ਮੰਗਿਆ ਤੇ ਮਾਮਲੇ ਦੀ ਅਗਲੀ ਸੁਣਵਾਈ 15 ਸਤੰਬਰ ਨੂੰ ਹੋਵੇਗੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੀ ਰੇਡ 14 ਘੰਟੇ ਤੱਕ ਚੱਲੀ। ਸਿਸੋਦੀਆ ਦਾ ਲੈਪਟਾਪ ਤੇ ਮੋਬਾਈਲ ਜ਼ਬਤ ਕਰ ਲਿਆ ਗਿਆ ਹੈ। ਸਿਸੋਦੀਆ ਦੇ ਘਰੋਂ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ। ਐਕਸਾਈਜ਼ ਪਾਲਿਸੀ ਦੇ ਵਿੱਚ ਘੁਟਾਲੇ ਦੇ ਇਲਜ਼ਾਮ ਲੱਗੇ ਨੇ। ਐਫਆਈਆਰ ਦੇ ਵਿੱਚ ਸਿਸੋਦੀਆ ਸਮੇਤ ਬਾਏ ਨੇਮ 15 ਮੁਲਜ਼ਮ ਬਣਾਏ ਗਏ ਨੇ। ਧਾਰਾ 120B ਅਤੇ 477A ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਦੇ ਵਿੱਚ ਪਹਿਲੇ ਨੰਬਰ ਤੇ ਸਿਸੋਦੀਆ ਦਾ ਨਾਮ ਹੈ। ਸੀਬੀਆਈ ਨੇ 31 ਥਾਵਾਂ ਤੇ ਰੇਡ ਕੀਤੀ। ਸੀਬੀਆਈ ਦੀ ਰੇਡ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਸੀਂ ਕਿਤੇ ਕੁਝ ਗਲਤ ਨਹੀਂ ਕੀਤਾ, ਸੀਬੀਆਈ ਦਾ ਕੇਂਦਰ ਗਲਤ ਇਸਤੇਮਾਲ ਕਰ ਰਿਹਾ ਹੈ। ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੀ ਰੇਡ ਤੇ ਸਿਆਸਤ ਪੱਕੀ ਹੋਈ ਹੈ। ਬੀਜੇਪੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਤੋਂ ਸਵਾਲ ਪੁੱਛ ਰਹੇ ਨੇ, ਜਦਕਿ ਆਮ ਆਦਮੀ ਪਾਰਟੀ ਦਾ ਤਰਕ ਹੈ ਕਿ ਬੀਜੇਪੀ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਯਤਾ ਤੋਂ ਡਰ ਗਈ ਹੈ। ਐਕਸਾਈਜ਼ ਪਾਲਿਸੀ ਦੇ ਵਿੱਚ ਘੁਟਾਲੇ ਦੀ ਜਾਂਚ ਦਾ ਸੇਕ ਦਿੱਲੀ ਦੇ ਡਿਪਟੀ ਸੀਐਮ ਦੇ ਘਰ ਤੱਕ ਪਹੁੰਚਿਆ। ਅਚਾਨਕ ਸੀਬੀਆਈ ਦੀ ਟੀਮ ਮਨੀਸ਼ ਸਿਸੋਦੀਆ ਦੇ ਘਰ ਪਹੁੰਚੀ ਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ। ਸੀਬੀਆਈ ਦੇ 6 ਤੋਂ 7 ਅਧਿਕਾਰੀਆਂ ਦੇ ਵੱਲੋਂ ਪੂਰੇ ਘਰ ਨੂੰ ਖੰਗਾਲਿਆ ਗਿਆ। ਜਦੋਂ ਸੀਬੀਆਈ ਦੀ ਟੀਮ ਸਿਸੋਦੀਆ ਦੇ ਘਰ ਦੇ ਵਿੱਚ ਮੌਜੂਦ ਸੀ, ਰੇਡ ਕੀਤੀ ਜਾ ਰਹੀ ਸੀ, ਤਾਂ ਇਸ ਦੌਰਾਨ ਨਿਊਜ਼ 18 ਦੀ ਟੀਮ ਵੀ ਗਰਾਊਂਡ ਜ਼ੀਰੋ ਤੇ ਪਹੁੰਚੀ ਤੇ ਰੇਡ ਵਾਲੀਆਂ ਤਸਵੀਰਾਂ ਕੈਮਰੇ 'ਚ कैद हुई। दिल्ली के डिप्टी सीएम मनीष सिसोदिया के घर इस समय सीबीआई की टीम पहुंची है। हालांकि आरोप यह है कि जो एक्साइज पॉलिसी में अनियमितता बरती गई है, उस अनियमितता को लेकर सीबीआई की टीमें लगातार छापेमारी कर रही हैं। दिल्ली में लगभग 20 लोकेशन ऐसे हैं जहां पर सीबीआई की टीम पहुंचकर छापेमारी कर रही है। आपको बता दूं कि इससे पहले करीब एक हफ्ता पहले एलजी ने फिलहाल सीबीआई को फिलहाल इस पूरे मामले में जांच को लेकर बात कही थी कि जो जिस तरह एक्साइज पॉलिसी में अनियमितता बरती गई है, उसको लेकर संस्तुति दी गई थी एलजी की तरफ से। आखिर रेड हुई क्यों, पूरा मामला है कि तुहानू इस तो भी वाकिफ करवा दिंदे हां। पूरा मामला एक्साइज पॉलिसी दे विच घुटाले दे नाल जुड़िया होया है। दरअसल मनीष सिसोदिया दे कोल एक्साइज विभाग है, जिन्हां ते कोई शराब कारोबारियां नू फायदा पहुंचाउण ते शराब कारोबारियां नू छूट देण दे इल्जाम ने। इस तों इलावा टेंडर दे विच 144 करोड़ दी छूट दा भी इल्जाम है। सरकारी खजाने नू नुकसान पहुंचाउण दे भी इल्जाम लगे ने। नवीं एक्साइज पॉलिसी ते एलजी ने सवाल चुके ने। उधर दिल्ली के सीएम अरविंद केजरीवाल ने पलटवार किया है। केजरीवाल ने कहा कि पहला भी रेडां हुई ने, अज तक ना कुछ हासिल होया ते ना ही होवेगा, बस उपरों आदेशों के मुताबिक तंग किया जा रहा है। पिछले 7 साल में भी मनीष जी के ऊपर न जाने कितनी बार रेड हुई है। ये पहली रेड नहीं है, पहले भी कई बार रेड कर चुके, कई झूठे केस कर चुके मनीष जी के ऊपर, मेरे ऊपर कई बार रेड कर चुके, सतिंदर जैन पे, कैलाश गहलोत पे, हमारे कितने लोगों पे ये लोग रेड कर चुके। कुछ नहीं मिला, अभी भी कुछ नहीं मिलेगा। तो सीबीआई अपना काम कर रही है, उसे घबराने की जरूरत नहीं है। सीबीआई को हम अपना काम करने दें। उनको ऊपर से आदेश हैं कि भाई इनको तंग करना है, ऊपर से आदेश हैं, अड़चने अड़ाओ। अड़चने आएंगी, काम नहीं रुकेगा। खैर, इस रेड के पिछे आधार एक्साइज पॉलिसी के विच घुटाले नूं बनाया जा रहा है, जबकि आप इस कार्रवाई नूं सियासी बदलाखोरी दे नाल जोड़ रही है। पर सीबीआई के इस एक्शन के विचों निकलदा की है, यह अजे सवाल है। दिल्ली तो सुशील पांडे दे नाल रवि मिश्रा ते शंकर आनंद, न्यूज़ 18 पंजाब। उधर अकाली दल के आगू विक्रम मजीठिया ने जेल तो बाहर आउंदियां ही नवजोत सिंह सिद्धू ते तंज कसे ने। मजीठिया ने सिद्धू का नाम लए बिना जेल दे विच वीवीआईपी ट्रीटमेंट मिलण दी गल आखी ते जेल मंत्री नूं भी निशाने ते लिया। पूरी पिक्चर का जो डायरेक्टर प्रोड्यूसर है वो है अरविंद केजरीवाल। इस पूरी पिक्चर का जो मेन जो विलेन है वो है मनीष सिसोदिया। इस पूरी पिक्चर में जो छोटे छोटे और गुंडे मवाली लोग हैं वो शराब माफिया और इनके वो सारे दलाल जो इनके लिए पैसा इकट्ठा करने का काम करते थे। जे तो होवे कांग्रेस ते फिर ते सारे ताड़ियां वजाउंदे ने ते जदों इन्हां ते हुंदी आ ते फिर कहंदे जी वेंडेटा हो रहा।
ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਜਿਹੜੀ ਐਕਸਾਈਜ਼ ਪਾਲਿਸੀ ਦਿੱਲੀ ਦੀ ਆ ਉਹਦੇ 'ਚ ਜਿਹੜੇ ਹਿਸਾਬ ਨਾਲ ਜੋ ਮੈਂ ਸੁਣਿਆ ਜਾਂ ਕੀਤਾ ਤੇ ਜੋ ਉੱਥੇ ਇੰਬੈਜ਼ਲਮੈਂਟ ਜਾਂ ਗ੍ਰੋਸ ਵਾਇਲੇਸ਼ਨ ਹੋਈ ਆ ਤੇ ਸੇਮ ਉਹਨਾਂ ਨੇ ਸਕੀਮ ਪੰਜਾਬ 'ਚ ਵੀ ਇਹੀ ਲਾਗੂ ਕੀਤੀ। CBI ਦਾ ਉੱਥੇ ਰੇਡ ਹੋਇਆ ਦਿੱਲੀ ਦੀ ਪਾਲਿਸੀ ਵਾਸਤੇ, ਉਹਨਾਂ ਬੰਦਿਆਂ ਨੇ ਪੰਜਾਬ ਦੀ ਪਾਲਿਸੀ ਤਿਆਰ ਕੀਤੀ ਆ। ਰੇਡ 'ਚੋਂ ਬੜਾ ਕੁਝ ਨਿਕਲੂਗਾ। ਔਰ ਜਿਵੇਂ ਦਿੱਲੀ ਦੀ ਪਾਲਿਸੀ ਫੇਲ ਹੋਈ, ਜਿਹੜੇ ਅਫਸਰਾਂ ਨੇ ਰਲ ਮਿਲ ਕੇ ਪੰਜਾਬ ਦੇ ਅਫਸਰਾਂ ਨੇ ਜਾ ਕੇ ਦਿੱਲੀ ਦੇ ਇਸ਼ਾਰੇ ਤੇ ਪੰਜਾਬ ਦਾ ਇਹ ਪਾਲਿਸੀ ਦਾ ਛੇੜਛਾੜ ਕੀਤੀ ਹੈ, ਗਰੁੱਪ ਦਾ ਉਹਦੀ ਫੋਟੋ ਸਟੇਟ ਇੱਥੇ ਕੀਤੀ ਔਰ ਕਰਾਇਆ ਉਸੇ ਗਰੁੱਪ ਨੇ, ਉਹਨਾਂ ਬੰਦਿਆਂ ਨੇ। ਇਸ ਲਈ ਤਾਂ ਇਹਦਾ ਵੀ ਸਾਹਮਣੇ ਆਊਗਾ ਸਾਰੀ चिट्ठे। भाजपा के नेता मंत्री सरेआम भ्रष्टाचार करते हैं, CBI वहां नहीं जाती। गुजरात में अवैध शराब का 10,000 करोड़ का इलीगल व्यापार चल रहा है, CBI वहां नहीं जाती। हजारों करोड़ के ड्रग्स गुजरात में पकड़े जाते हैं, CBI वहां नहीं जाती। ये लोग आइडेंटिफाई करते हैं कि केजरीवाल को खत्म करना है, अब कुछ ढूंढो, कुछ केस बनाओ। ਤਾਂ ਮਨੀਸ਼ ਸਿਸੋਦੀਆ ਦੇ ਘਰ CBI ਦੀ ਰੇਡ ਹੋਈ ਹੈ। ਇਸ ਨੂੰ ਲੈ ਕੇ ਵੱਖੋ ਵੱਖਰੀਆਂ ਸਿਆਸੀ ਧਿਰਾਂ ਨੇ ਆਪਣਾ ਪ੍ਰਤੀਕਰਮ ਵੀ ਦਿੱਤਾ ਹੈ। ਅੱਗੇ ਵਧਦੇ ਹਾਂ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਨਵਜੋਤ ਸਿੰਘ ਸਿੱਧੂ ਤੇ ਤੰਜ ਕਸੇ ਨੇ। ਮਜੀਠੀਆ ਨੇ ਸਿੱਧੂ ਦਾ ਨਾਮ ਲਏ ਬਿਨਾਂ ਜੇਲ੍ਹ 'ਚ VVIP ਟ੍ਰੀਟਮੈਂਟ ਮਿਲਣ ਦੀ ਗੱਲ ਆਖੀ ਤੇ ਜੇਲ੍ਹ ਮੰਤਰੀ ਨੂੰ ਵੀ ਨਿਸ਼ਾਨੇ ਤੇ ਲਿਆ। ਬਿਕਰਮ ਮਜੀਠੀਆ ਤੇ ਨਵਜੋਤ ਸਿੱਧੂ ਦੀ ਸਿਆਸੀ ਖਾਨਾ ਜੰਗੀ ਕਿਸੇ ਤੋਂ ਲੁਕੀ ਨਹੀਂ। ਦੋਵੇਂ ਤਕਰੀਬਨ 5 ਮਹੀਨੇ ਪਟਿਆਲਾ ਜੇਲ੍ਹ ਵਿੱਚ ਇਕੱਠੇ ਬੰਦ ਜ਼ਰੂਰ ਰਹੇ, ਪਰ ਮਜੀਠੀਆ ਨੇ ਬਾਹਰ ਆਉਂਦਿਆਂ ਹੀ ਸਿੱਧੂ ਦੇ ਵੱਲ ਮੁੜ ਤਿੱਖੇ ਨਿਸ਼ਾਨੇ ਬਿੰਨੇ ਨੇ। ਹਾਲਾਂਕਿ ਮਜੀਠੀਆ ਨੇ ਸਿੱਧੂ ਦਾ ਨਾਂ ਤਾਂ ਨਹੀਂ ਲਿਆ, ਪਰ ਉਹਨਾਂ ਕਿਹਾ ਕਿ ਜੇਲ੍ਹ ਦੇ ਵਿੱਚ ਉਹ ਜ਼ਮੀਨ ਤੇ ਸੌਂਦੇ ਸੀ, ਜਦਕਿ ਕੁਝ ਲੋਕਾਂ ਨੂੰ ਬੈੱਡ ਤੇ ਗੱਦੇ ਮਿਲੇ ਹੋਏ ਸੀ ਅਤੇ ਉਹਨਾਂ ਲੋਕਾਂ ਨੂੰ ਡਰਾਈ ਫਰੂਟ ਤੇ ਗ੍ਰੀਨ ਟੀ ਤੱਕ ਪੇਸ਼ ਕੀਤੀ ਜਾਂਦੀ ਸੀ। ਮਰਜ਼ੀ ਨਾਲ ਤਾਂ ਬੰਦਾ ਜੇਲ੍ਹ ਗਿਆ ਨਹੀਂ, ਮਰਜ਼ੀ ਨਾਲ ਜੇਲ੍ਹ ਚੁਣੀ ਨਹੀਂ। ਜਿੱਥੇ ਕੋਰਟ ਦੇ ਆਰਡਰ ਸੀ ਉੱਥੇ ਚਲੇ ਗਏ, ਜਿੱਥੇ ਉਹਨਾਂ ਨੇ ਪਾਤਾ ਉੱਥੇ ਪੈ ਗਏ। ਮੇਰੇ ਕਰਕੇ ਕੋਈ ਨਵਾਂ ਕਮਰਾ ਨਹੀਂ ਪੈ ਗਿਆ। ਹਾਂ, ਜਿਨ੍ਹਾਂ ਨੂੰ ਬੈੱਡ ਮਿਲੇ ਆ, ਜਿਨ੍ਹਾਂ ਨੂੰ ਗੱਦੇ ਮਿਲੇ ਆ, ਜਿਨ੍ਹਾਂ ਨੂੰ ਕੂਲਰ ਮਿਲੇ ਆ, ਬਦਾਮ ਮਿਲਣਾ, ਚੁਕੰਦਰ ਮਿਲਣਾ, ਕਦੇ ਸਵੇਰੇ ਕੈਮੋਮਾਈਲ ਟੀ ਆਉਣੀ ਹੈ, ਸ਼ਾਮ ਨੂੰ ਕਿਹੜੀ ਟੀ ਆਉਣੀ ਹੈ, ਇੰਨੀ ਤਾਂ ਤੁਹਾਨੂੰ ਨਹੀਂ ਮਿਲੀ ਹੋਣੀ, ਬਾਹਰ ਰਹਿੰਦੇ ਆ। ਉਹਨੂੰ VVIP ਫੈਸਿਲਿਟੀ ਤਾਂ ਕਹਿ ਸਕਦੇ ਆ। ਜੇਲ੍ਹਾਂ 'ਚ VVIP ਟ੍ਰੀਟਮੈਂਟ ਨੂੰ ਲੈ ਕੇ ਮਜੀਠੀਆ ਨੇ ਜੇਲ੍ਹ ਮੰਤਰੀ ਨੂੰ ਹੀ ਘੇਰਿਆ ਤੇ ਮਜੀਠੀਆ ਦੇ ਮੁਤਾਬਿਕ ਜੇਲ੍ਹ ਮੰਤਰੀ ਸਿਰਫ ਹਵਾ 'ਚ ਗੱਲਾਂ ਕਰਦੇ ਨੇ, ਜਦਕਿ ਕੁਝ ਲੋਕਾਂ ਨੂੰ VVIP ਸਹੂਲਤਾਂ ਸ਼ਰੇਆਮ ਦਿੱਤੀਆਂ ਜਾ ਰਹੀਆਂ ਨੇ। ਮੰਤਰੀ ਸਾਹਿਬ ਨੂੰ ਕੱਖ ਨਹੀਂ ਪਤਾ, ਮੰਤਰੀ ਤਾਂ ਉਤਲੀ ਹਵਾਵਾਂ 'ਚ ਹੀ ਹੈ। ਠੀਕ ਹੈ ਜੀ, ਦੱਸੂਗਾ। ਹਾਲਾਂਕਿ ਮਜੀਠੀਆ ਨੇ ਕਿਹਾ ਕਿ ਸਿੱਧੂ ਸਜ਼ਾ ਯਾਫਤਾ ਨੇ ਤੇ ਉਹ ਸਿੱਧੂ ਦੇ ਬੱਚਿਆਂ ਤੇ ਪਰਿਵਾਰ ਦਾ ਦਰਦ ਸਮਝ ਸਕਦੇ ਨੇ। ਉਹ ਮੇਰਾ ਵੱਡਾ ਭਰਾ ਮੈਨੂੰ ਸਿੱਧੂ ਸਾਹਿਬ ਦੀ ਵੀ ਚਿੰਤਾ ਹੈ, ਮੈਨੂੰ ਉਹਨਾਂ ਦੇ ਬੱਚਿਆਂ ਦੀ ਵੀ ਮੈਂ ਦਰਦ ਨੂੰ ਮਹਿਸੂਸ ਕਰਦਾ, ਉਹਨਾਂ ਦੀ ਬੇਟੀ ਦੇ ਦਰਦ ਨੂੰ ਵੀ ਮਹਿਸੂਸ ਕਰਦਾ, ਉਹਨਾਂ ਦੀ ਧਰਮ ਪਤਨੀ ਦੇ। ਮੈਂ ਐਡਾ ਕਿਹਾ ਗੁਜਰਾ ਨਹੀਂ ਕਿ ਮੈਂ ਅੱਜ ਸਿੱਧੂ ਸਾਹਿਬ ਜੇਲ੍ਹ 'ਚ ਨੇ ਤਾਂ ਮੈਂ ਸਵਾਦ ਲਵਾਂ ਇਸ ਗੱਲ ਦਾ ਨਾ। ਦੱਸ ਦਈਏ ਕਿ ਬਿਕਰਮ ਮਜੀਠੀਆ ਨਸ਼ਾ ਤਸਕਰੀ ਮਾਮਲੇ ਵਿੱਚ ਤਕਰੀਬਨ 5.5 ਮਹੀਨੇ ਪਟਿਆਲਾ ਜੇਲ੍ਹ ਵਿੱਚ ਰਹੇ, ਜਦਕਿ ਨਵਜੋਤ ਸਿੰਘ ਸਿੱਧੂ ਵੀ ਰੋਡ ਰੇਜ਼ ਮਾਮਲੇ ਵਿੱਚ ਉਸੇ ਜੇਲ੍ਹ ਵਿੱਚ ਬੰਦ ਨੇ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਦੀ ਰਿਪੋਰਟ, ਨਿਊਜ਼ 18 ਪੰਜਾਬ। यूपी ਦੇ ਬਾਹੂਬਲੀ ਕਾਰਨ ਪੰਜਾਬ ਦੀ ਸਿਆਸਤ ਭੱਗ ਗਈ ਹੈ। ਪਿਛਲੀ ਸਰਕਾਰ ਤੇ ਮੁਖਤਾਰ ਅੰਸਾਰੀ ਨੂੰ VVIP ਟ੍ਰੀਟਮੈਂਟ ਦੇਣ ਦੇ ਇਲਜ਼ਾਮ ਲੱਗੇ ਨੇ ਤੇ ਫਿਲਹਾਲ ਮਾਮਲੇ ਦੀ ਜਾਂਚ ਹੋ ਰਹੀ ਹੈ ਤੇ ਇਸ ਦੇ ਵਿਚਾਲੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਹੈ। ਰੰਧਾਵਾ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਜਦੋਂ ਮਰਜ਼ੀ ਪੁੱਛਗਿੱਛ ਕਰ ਲਓ, ਮੈਂ ਭੱਜਣ ਵਾਲਾ ਨਹੀਂ ਹਾਂ। ਮੁਖਤਾਰ ਅੰਸਾਰੀ ਕਹਿਣ ਨੂੰ ਤਾਂ यूपी ਦਾ ਬਾਹੂਬਲੀ ਨੇਤਾ ਹੈ, ਪਰ ਚਰਚਾ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਰਹੀ ਹੈ। ਇਸ ਚਰਚਾ ਦੀ ਵਜ੍ਹਾ ਹੈ ਅੰਸਾਰੀ ਨੂੰ ਰੋਪੜ ਜੇਲ੍ਹ ਦੇ ਵਿੱਚ ਰਹਿੰਦਿਆਂ VVIP ਟ੍ਰੀਟਮੈਂਟ ਦੇਣ ਦਾ ਮਾਮਲਾ, ਜਿਸ ਨੂੰ ਲੈ ਕੇ ਮਾਨ ਸਰਕਾਰ ਵੱਲੋਂ ਜਾਂਚ ਜਾਰੀ ਹੈ ਤੇ ਰਡਾਰ ਤੇ ਸਾਬਕਾ ਜੇਲ੍ਹ ਮੰਤਰੀ ਨੇ। ਤੇ ਇਸ ਦੇ ਵਿਚਾਲੇ ਸੁਖਜਿੰਦਰ ਰੰਧਾਵਾ ਨੇ ਮਾਨ ਸਰਕਾਰ ਨੂੰ ਚੁਣੌਤੀ ਦਿੱਤੀ ਹੈ। ਰੰਧਾਵਾ ਨੇ ਕਿਹਾ ਕਿ ਸਰਕਾਰ ਮੇਰੇ ਤੋਂ ਜਦੋਂ ਮਰਜ਼ੀ ਪੁੱਛਗਿੱਛ ਕਰ ਲਵੇ, ਮੈਂ ਦੇਸ਼ ਛੱਡ ਕੇ ਨਹੀਂ ਭੱਜਾਂਗਾ। ਤੇ ਜੇ ਤੁਹਾਡੇ ਖਿਲਾਫ ਤੁਹਾਨੂੰ ਸੱਦਿਆ ਜਾਂਦਾ ਤਾਂ ਤਿਆਰ ਹੋ? ਮੈਂ ਤੇ ਭਰਾ ਆਪਣੇ ਮੁੰਡੇ ਦੀ ਐਡਮਿਸ਼ਨ ਕਰਵਾਉਣ ਜਾਣਾ ਸੀ, ਮੈਂ ਉਹ ਨਹੀਂ ਜਾਣ ਦਿਆ ਕਿ ਸੱਦ ਨਾ ਲੈਣ। ਨਹੀਂ ਕਿ ਪ੍ਰੈਸ ਵਾਲਿਆਂ ਕਹਿਣਾ ਕਿ ਦੌੜ ਗਿਆ ਇੰਡੀਆ ਛੱਡ ਕੇ। ਮੈਂ ਤੇ ਮੁੰਡੇ ਦੀ ਐਡਮਿਸ਼ਨ ਲੇਟ ਕਰ ਦਿੱਤੀ, ਮੈਂ ਤੂੰ ਹੀ ਚਲਾ ਜਾ ਇਕੱਲਾ, ਮੈਂ ਨਹੀਂ ਜਾਣਾ। ਤੇ ਇਹਦੇ ਤੋਂ ਬਾਅਦ ਹੁਣ ਕੀ ਕਰ ਸਕਦਾ ਮੈਂ? ਸੁਖਜਿੰਦਰ ਸਿੰਘ ਰੰਧਾਵਾ ਤਿਆਰ ਬੈਠੇ ਨੇ ਹੁਣ। ਯਾਰ ਗੱਲ ਸੁਣਾ, ਜਿਹੜੀ ਇੱਧਰ ਫੋਟੋਆਂ ਲੱਗੀਆਂ ਤੇ ਜੇ ਮੈਂ ਆਪਣੇ ਪਿਓ ਦਾ ਹੋਊਗਾ ਤੇ ਛੱਡ ਕੇ ਦੌੜੂ ਹਿੰਦੁਸਤਾਨ।
ਇਹਨਾਂ ਵਾਂਗੂ ਤਾਂ ਨਹੀਂ ਮੈਂ ਕਹੂੰਗਾ ਕਿ 75 ਸਾਲ ਕੁਛ ਨਹੀਂ ਕੀਤਾ। ਅਸੀਂ ਪੰਜਾਬ ਦੀ ਇਮਾਨਦਾਰੀ ਨਾਲ ਸੇਵਾ ਕੀਤੀ ਹੈ। ਜ਼ਿਕਰਯੋਗ ਹੈ ਕਿ ਮੁਖਤਾਰ ਅੰਸਾਰੀ ਤੇ ਮੋਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਰੌਤੀ ਮੰਗਣ ਦਾ ਇਲਜ਼ਾਮ ਸੀ, ਜਿਸ ਨੂੰ ਪੰਜਾਬ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ਤੇ ਮੋਹਾਲੀ ਲਿਆਂਦਾ ਗਿਆ ਸੀ। 24 ਜਨਵਰੀ 2019 ਨੂੰ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰੋਪੜ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ਤੇ ਪਿਛਲੇ ਸਾਲ ਹੀ ਅਪ੍ਰੈਲ ਦੇ ਵਿੱਚ ਉਸ ਨੂੰ ਪੰਜਾਬ ਤੋਂ ਉੱਤਰ ਪ੍ਰਦੇਸ਼ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੌਰਾਨ ਵੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਗੈਂਗਸਟਰ ਅੰਸਾਰੀ ਨੂੰ VVIP ਟ੍ਰੀਟਮੈਂਟ ਦੇਣ ਦਾ ਮੁੱਦਾ ਸਦਨ ਦੇ ਵਿੱਚ ਚੁੱਕਿਆ ਸੀ ਤੇ ਹੁਣ ਇਸੇ ਮਾਮਲੇ 'ਚ ਸਰਕਾਰ ਦੇ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ। ਚੰਡੀਗੜ੍ਹ ਤੋਂ ਨਪਿੰਦਰ ਬਰਾੜ, ਨਿਊਜ਼ 18 ਪੰਜਾਬ। ਕੇਂਦਰ ਅਤੇ ਯੂਪੀ ਦੀ ਯੋਗੀ ਸਰਕਾਰ ਦੇ ਸਾਹਮਣੇ ਨਵੀਂ ਮੁਸੀਬਤ ਖੜੀ ਹੋ ਗਈ ਹੈ। ਦੇਸ਼ ਭਰ ਤੋਂ ਹਜ਼ਾਰਾਂ ਕਿਸਾਨਾਂ ਨੇ ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਯੂਪੀ 'ਚ ਮੋਰਚਾ ਖੋਲ ਦਿੱਤਾ ਹੈ। ਮੁਸ਼ਕਿਲਾਂ ਹੋਰ ਵੀ ਵੱਧ ਸਕਦੀਆਂ ਨੇ ਕਿਉਂਕਿ SKM ਦੀ ਅਗਵਾਈ 'ਚ ਧਰਨਾ ਹੋਰ ਲੰਬਾ ਹੋ ਸਕਦਾ ਹੈ। ਲਖੀਮਪੁਰ ਖੀਰੀ ਕਾਂਡ ਦੀ ਅੱਗ ਮੁੜ ਤੋਂ ਸੁਲਗਣ ਲੱਗੀ ਹੈ। ਕਿਸਾਨਾਂ ਨੇ ਇੱਕ ਵਾਰ ਫਿਰ ਮੋਰਚਾ ਖੋਲ੍ਹਿਆ ਤੇ ਉੱਤਰ ਪ੍ਰਦੇਸ਼ ਦੇ ਲਖੀਮਪੁਰ 'ਚ ਡੇਰੇ ਲਾ ਲਏ ਨੇ। ਵੀਰਵਾਰ ਤੋਂ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ। ਧਰਨੇ 'ਚ SKM ਦੀਆਂ 31 ਕਿਸਾਨ ਜਥੇਬੰਦੀਆਂ ਸਣੇ ਹਜ਼ਾਰਾਂ ਕਿਸਾਨ ਸ਼ਾਮਲ ਹੋਏ ਨੇ। ਉਹਨਾਂ ਦੀ ਮੰਗ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿश्रा ਨੂੰ ਅਹੁਦੇ ਤੋਂ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ जावे। ये जो लखीमपुर खीरी का हत्याकांड हुआ था, इस हत्याकांड के सूत्रधार जिन्हें हम मानते हैं अजय मिश्र टेनी, जिसको अभी भी गिरफ्तार नहीं किया गया है, बर्खास्त भी नहीं किया गया है, उनको बर्खास्त किया जाए, गिरफ्तार किया जाए, इस मांग को लेके हम यहाँ आए हैं। साथ ही हमारे जिन किसान साथियों को झूठा पकड़ के गिरफ्तार किया हुआ है, जेल में डाला हुआ है, उनको भी रिहा किया जाए, ये हमारी प्रमुख मांग है। ਧਰਨੇ 'ਚ ਪਹੁੰਚੇ ਕਿਸਾਨ ਆਗੂ ਰਾਕੇਸ਼ ਟਕੈਤ ਨੇ ਕਿਹਾ ਕਿ ਧਰਨਾ ਸਿਰਫ ਲਖੀਮਪੁਰ ਖੀਰੀ ਕਾਂਡ ਹੀ ਨਹੀਂ ਸਗੋਂ ਹਰ ਉਸ ਮੁੱਦੇ ਨੂੰ ਲੈ ਕੇ ਹੈ ਜਿਸ ਨਾਲ ਕਿਸਾਨ ਪ੍ਰਭਾਵਿਤ ਹੋ ਰਿਹਾ ਹੈ। MSP गारंटी कानून भी देश में बढ़ना चाहिए, MSP बढ़नी चाहिए, स्वामीनाथन कमेटी की रिपोर्ट लागू होनी चाहिए। ये सारे सवाल हमारे। क्या प्रमुख मुद्दा रहेगा यहाँ पे धरने पे? और ये सारे मुद्दे, ये किसान का तो नाम भी मुद्दा। ਕਿਸਾਨਾਂ ਨੇ ਇਲਜ਼ਾਮ ਲਾਇਆ ਕਿ 1 ਸਾਲ ਬੀਤ ਜਾਣ ਦੇ ਬਾਵਜੂਦ ਵੀ ਲਖੀਮਪੁਰ ਖੀਰੀ ਕਾਂਡ 'ਚ ਮਾਰੇ ਗਏ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਿਆ। ਇਹ ਲੜਾਈ ਆ ਜਿਹੜੀ ਅੱਜ ਤੋਂ ਸਾਲ ਹੋ ਗਿਆ, ਸਾਨੂੰ ਇਹਦਾ ਨਿਆਂ ਨਹੀਂ ਮਿਲਿਆ। ਜੇ ਹੋਰ ਕਰਦਾ ਸਾਡੇ ਬੰਦੇ ਤੇ ਕੋਈ ਐਸੀ ਚਾਰਜ ਹੋ ਜਾਂਦੀ ਤਾਂ ਸਾਡਾ ਬੰਦਾ 20 ਸਾਲ ਹੀ ਅੰਦਰ ਹੁੰਦਾ। ਇਸੇ ਸਰਕਾਰ ਕੇ ਕਰਿਆ ਹੋਇਆ ਇਹਨੂੰ ਅੱਜ ਸਾਡਾ ਨਿਆਂ ਨਹੀਂ ਮਿਲਿਆ ਕਿਸੇ ਵੀ ਉਸਤੇ। ਦੱਸ ਦਈਏ ਕਿ ਅਜੇ ਮਿश्रा ਦਾ ਪੁੱਤਰ ਆਸ਼ੀਸ਼ ਮਿश्रा ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ 'ਚੋਂ ਇੱਕ ਹੈ, ਜਿਸ 'ਚ 4 ਕਿਸਾਨਾਂ ਤੇ ਇੱਕ ਪੱਤਰਕਾਰ ਦੀ ਮੌਤ ਹੋਈ ਸੀ। ਲਖੀਮਪੁਰ ਖੀਰੀ ਕਾਂਡ ਕਿਸਾਨ ਅੰਦੋਲਨ ਦੌਰਾਨ ਵਾਪਰਿਆ ਸੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਮੋਹਾਲੀ ਦੇ ਇੱਕ ਵਿਦਿਆਰਥੀ ਨੂੰ ਬੇहद ਸ਼ਾਤਰ ਤਰੀਕੇ ਦੇ ਨਾਲ ਠੱਗੀ ਦਾ ਸ਼ਿਕਾਰ ਬਣਾਇਆ ਗਿਆ। ਵਿਦਿਆਰਥੀ ਦੇ ਨਾਲ ਇੱਕ ਕੁੜੀ ਨੇ ਪਹਿਲਾਂ ਸੋਸ਼ਲ ਮੀਡੀਆ ਤੇ ਚੈਟਿੰਗ ਕੀਤੀ ਤੇ ਫਿਰ ਉਸ ਨੂੰ ਆਪਣੇ ਜਾਲ 'ਚ ਫਸਾ ਕੇ ਕਿਡਨੈਪ ਕਰ ਲਿਆ, ਪਰ ਪੁਲਿਸ ਨੇ ਨੌਜਵਾਨ ਨੂੰ ਕਿਡਨੈਪਰਾਂ ਦੇ ਚੰਗੁਲ 'ਚੋਂ ਛੁਡਵਾ ਲਿਆ ਹੈ। ਸੋਸ਼ਲ ਮੀਡੀਆ ਤੇ ਚੈਟਿੰਗ, ਪਿਆਰ ਭਰੀਆਂ ਗੱਲਾਂ ਅਤੇ ਫਿਰ ਠੱਗੀ। ਇਹ ਘਟਨਾਵਾਂ ਕਈ ਵਾਰ ਦੇਖੀਆਂ ਅਤੇ ਸੁਣੀਆਂ, ਪਰ ਇਸ ਦੇ ਬਾਵਜੂਦ ਵੀ ਨਾ ਇਹਨਾਂ ਤੇ ਲਗਾਮ ਲੱਗੀ ਅਤੇ ਨਾ ਹੀ ਇਹਨਾਂ ਦਾ ਦੌਰ ਰੁਕਿਆ। ਮੋਹਾਲੀ ਦੇ ਇੱਕ ਕਾਲਜ 'ਚ ਪੜ੍ਹਦਾ 20 ਸਾਲਾ ਵਿਦਿਆਰਥੀ ਇਸ ਦਾ ਸ਼ਿਕਾਰ ਹੋਇਆ, ਜਿਸ ਨੂੰ ਪ੍ਰੇਮ ਜਾਲ 'ਚ ਫਸਾ ਕੇ ਕਿਡਨੈਪ ਕੀਤਾ ਗਿਆ ਅਤੇ ਮਾਪਿਆਂ ਤੋਂ 50 ਲੱਖ ਦੀ ਫਿਰੌਤੀ ਮੰਗੀ ਗਈ। ਸਟੂਡੈਂਟ ਹੈ ਜਿਹਦੀ ਉਮਰ ਤਕਰੀਬਨ 20 ਸਾਲ ਦੀ ਹੈ। ਚੰਡੀਗੜ੍ਹ ਗਰੁੱਪ ਆਫ ਕਾਲਜਸ ਘੜੂਆਂ ਦੇ ਵਿੱਚ BE ਦਾ ਸਟੂਡੈਂਟ ਹੈ। ਤਾਂ ਉਹਦੇ 'ਚ ਕੀ ਹੋਇਆ ਕਿ ਉਹਨੂੰ ਅਚਾਨਕ ਉਹਦੇ ਪੇਰੈਂਟਸ ਨੂੰ ਪਤਾ ਲੱਗਿਆ ਤੇ ਰੈਂਸਮ ਕਾਲ ਆਈ ਕਿ ਉਹ ਬੱਚਾ ਜਿਹੜੇ ਕਿਡਨੈਪਰਸ ਨੇ, ਕ੍ਰਿਮੀਨਲਸ ਨੇ, ਉਹਨਾਂ ਦੀ ਕਸਟਡੀ 'ਚ ਹੈ ਔਰ ਬੜਾ ਹੈਫਟੀ ਅਮਾਊਂਟ ਉਹਨਾਂ ਨੇ ਸ਼ੁਰੂ ਕੀਤਾ ਤੇ ਪੇਰੈਂਟਸ ਨੈਚੁਰਲੀ ਅੰਡਰ ਪ੍ਰੈਸ਼ਰ ਆ ਗਏ। ਜਦੋਂ ਪੁਲਿਸ ਨੂੰ ਰਿਪੋਰਟ ਹੋਇਆ 17 ਤਰੀਕ ਨੂੰ ਇਹਦੇ 'ਚ FIR ਦਰਜ ਕੀਤੀ ਗਈ। ਮਾਪਿਆਂ ਨੂੰ ਫਿਰੌਤੀ ਦੀ ਕਾਲ ਆਈ ਤਾਂ ਮਾਮਲੇ 'ਚ ਪੁਲਿਸ ਨੇ ਐਂਟਰੀ ਮਾਰੀ। 48 ਘੰਟਿਆਂ ਅੰਦਰ ਪੁਲਿਸ ਨੇ ਕਿਡਨੈਪਿੰਗ ਦੀ ਗੁੱਥੀ ਨੂੰ ਸੁਲਝਾਇਆ ਅਤੇ 3 ਕਿਡਨੈਪਰਾਂ ਨੂੰ ਕਾਬੂ ਕਰ ਲਿਆ।
गिरफ्तार मुलਜ਼ਮਾਂ 'ਚ ਮਾਸਟਰਮਾਈਂਡ ਸੀ ਅਜੇ ਕਦਿਆਨ, ਜਦਕਿ ਉਸਦੇ ਦੋ ਸਾਥੀ ਰਾਖੀ ਅਤੇ MBBS ਦੀ ਪੜ੍ਹਾਈ ਕਰ ਰਿਹਾ ਅਜੇ ਵੀ ਇਸ ਪੂਰੇ ਮਾਮਲੇ 'ਚ ਸ਼ਾਮਿਲ ਸੀ। ਸਭ ਤੋਂ ਪਹਿਲਾਂ ਰਾਖੀ ਨੇ ਹਿਤੇਸ਼ ਨਾਮ ਦੇ ਵਿਦਿਆਰਥੀ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰੇਮ ਜਾਲ 'ਚ ਫਸਾਇਆ ਅਤੇ ਫਿਰ ਮਿਲਣ ਲਈ ਬੁਲਾਇਆ। ਜਦੋਂ ਹਿਤੇਸ਼ ਰਾਖੀ ਨੂੰ ਮਿਲਣ ਪਹੁੰਚਿਆ ਤਾਂ ਉਸ ਨੂੰ ਹਾਊਸ ਪਾਰਟੀ ਕਰਨ ਦੇ ਬਹਾਨੇ ਕਿਡਨੈਪ ਕਰ ਲਿਆ ਗਿਆ। ਕਿਉਂਕਿ ਬਹੁਤ ਵੱਡਾ ਸਟ੍ਰੈਚ ਹੋ ਗਿਆ ਸੀਗਾ ਐਜ਼ ਪਰ ਜਿਹੜੀ ਰੈਂਸਮ ਕਾਲਸ ਦੇ ਵਿੱਚ ਕਿ ਕੁਝ ਉੱਤਰਾਂਚਲ ਦਾ ਲੀਡ ਆ ਰਹੀ ਸੀ, ਕੁਝ ਯੂਪੀ ਦੀ ਆ ਰਹੀ ਸੀ, ਹਰਿਆਣਾ ਦੀ ਆ ਰਹੀ ਸੀ। ਸੋ ਡਿਫਰੈਂਟ ਟੀਮਸ ਨੂੰ ਔਰ ਮੈਂ ਇਹ ਵੀ ਐਪਰੀਸ਼ੀਏਟ ਕਰਦਾ ਕਿ 2 ਰਾਤਾਂ ਸਾਰੇ ਆਫੀਸਰਸ ਇੰਕਲੂਡਿੰਗ SSP ਸਾਹਿਬ ਅਸੀਂ ਵੀ ਸਾਰੇ ਇਸ ਆਪਰੇਸ਼ਨ ਕਰਕੇ ਮੇਰੇ ਖਿਆਲ ਕਿਸੇ ਨੇ ਵੀ ਕੋਈ ਰੈਸਟ ਨਹੀਂ ਕੀਤੀ। ਹਿਤੇਸ਼ ਨੂੰ 2 ਦਿਨਾਂ ਤੱਕ ਬੰਦਕ ਬਣਾ ਕੇ ਰੱਖਿਆ ਗਿਆ। ਹਿਤੇਸ਼ ਦੀਆਂ ਅੱਖਾਂ 'ਚ ਮਿਰਚਾਂ ਪਾਈਆਂ ਗਈਆਂ ਅਤੇ ਨਸ਼ੇ ਦੇ ਇੰਜੈਕਸ਼ਨ ਵੀ ਦਿੱਤੇ ਗਏ। ਪਰਿਵਾਰ ਨੂੰ ਕਿਡਨੈਪਿੰਗ ਤੋਂ ਬਾਅਦ ਰੈਂਡਮ ਫੋਨ ਕਾਲ ਰਾਹੀਂ 50 ਲੱਖ ਰੁਪਏ ਦੀ ਫਰੋਤੀ ਦੇਣ ਦੀ ਮੰਗ ਕੀਤੀ ਗਈ। ਪਹਿਲਾਂ ਇਹਨਾਂ ਨੇ ਉੱਥੇ ਜਦੋਂ ਉਹਨੂੰ ਗੱਡੀ ਦੇ ਵਿੱਚ ਓਵਰਪਾਵਰ ਕਰਕੇ ਉਹਦੀ ਅੱਖਾਂ 'ਚ ਮਿਰਚਾਂ ਪਾਈਆਂ, ਫਿਰ ਉਹਨੂੰ ਇੱਕ ਸੈਡੇਸ਼ਨ ਦਾ ਇੰਜੈਕਸ਼ਨ ਦਿੱਤਾ, ਬੇਹੋਸ਼ ਹੋ ਗਿਆ। ਉਹਨੂੰ ਬੜਾ ਇਨਹਿਊਮਨ ਤਰੀਕੇ ਨਾਲ ਡਿੱਗੀ 'ਚ ਪਾ ਕੇ ਤੇ ਆਪਣੇ ਫਲੈਟ ਲੈ ਗਏ। ਉੱਥੇ ਲੜਕੀ ਨੇ ਉਹਨੂੰ ਬੰਨ੍ਹ ਕੇ ਰੱਖਿਆ ਇਹਨਾਂ ਨੇ ਤੇ ਲੜਕੀ ਸੁਪਰਵਾਈਜ਼ ਕਰ ਰਹੀ ਸੀ ਜਦੋਂ ਕਿ ਅਜੇ ਕਾਦੀਆਨ ਸਾਰੀਆਂ ਰੈਂਸਮ ਕਾਲਸ ਕਰ ਰਿਹਾ ਸੀ। ਪੁਲਿਸ ਪੁੱਛਗਿੱਛ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਤਿੰਨੋਂ ਮੁਲਜ਼ਮ ਪਹਿਲਾਂ ਵੀ ਇੱਕ ਵਿਦਿਆਰਥੀ ਨੂੰ ਆਪਣੀ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰ ਚੁੱਕੇ ਨੇ। ਹਾਲਾਂਕਿ ਉਸ ਸਮੇਂ ਇਹ ਕਾਮਯਾਬ ਨਹੀਂ ਹੋਏ ਸੀ। ਫਿਲਹਾਲ ਵਿਦਿਆਰਥੀ ਹਿਤੇਸ਼ ਨੂੰ ਵੀ ਕਿਡਨੈਪਰਾਂ ਦੇ ਚੰਗੁਲ 'ਚੋਂ ਸਹੀ ਸਲਾਮਤ ਛੁਡਵਾ ਲਿਆ ਗਿਆ। ਚੰਡੀਗੜ੍ਹ ਤੋਂ ਮਨੋਜ ਰਾਠੀ, ਨਿਊਜ਼ 18 ਪੰਜਾਬ। ਉਧਰ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਨਾਮ ਤੇ ਲੋਕਾਂ ਤੋਂ ਠੱਗੀ ਮਾਰੀ ਜਾ ਰਹੀ ਹੈ। ਮੰਤਰੀ ਜਿੰਪਾ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਖੁਦ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਮੰਤਰੀ ਦੇ ਕਰੀਬੀਆਂ ਨੂੰ ਫੋਨ ਕਰਕੇ ਪੈਸੇ ਮੰਗੇ ਜਾ ਰਹੇ ਨੇ। ਆਨਲਾਈਨ ਠੱਗ ਇੰਨੇ ਸ਼ਾਤਰ ਨੇ ਕਿ ਭੋਲੇ ਭਾਲੇ ਲੋਕਾਂ ਨੂੰ ਸ਼ਿਕਾਰ ਬਣਾਉਣ ਦੇ ਲਈ ਨਵੇਂ ਤੋਂ ਨਵਾਂ ਤਰੀਕਾ ਲੱਭ ਹੀ ਲਿਆਉਂਦੇ ਨੇ ਤੇ ਹੁਣ ਮੰਤਰੀਆਂ ਦੇ ਨਾਂ ਤੇ ਠੱਗੀ ਹੋਣ ਲੱਗੀ ਹੈ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਨਾਂ ਲੈ ਕੇ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਨੇ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਭਰਾ ਦਾ ਨਾਮ ਲੈ ਕੇ ਵੀ ਪੈਸੇ ਮੰਗੇ ਗਏ, ਜਿਸ ਦੀ ਸ਼ਿਕਾਇਤ ਉਹਨਾਂ ਖੁਦ ਪੁਲਿਸ ਨੂੰ ਦਿੱਤੀ। ਉਹਨਾਂ ਨੇ ਮੇਰਾ ਨਾਮ ਲੈ ਕੇ ਈਵਨ ਕਿ ਮੇਰੇ ਬ੍ਰਦਰ ਤੱਕ ਦਾ ਕਿਤੇ ਨਾਮ ਲਿਆ ਗਿਆ ਔਰ SSP ਸਾਹਿਬ ਨੂੰ ਮੈਂ ਉਸੇ ਵੇਲੇ ਚੱਕ ਕੇ ਰਿਕਾਰਡਿੰਗ ਜਿਹੜੀ ਉਸੇ ਵੇਲੇ ਭੇਜ ਦਿੱਤੀ ਸੀ ਕਿ ਦਰਿਆਫਤ ਕਰੋ ਔਰ ਉਹਨਾਂ ਨੇ ਦਰਿਆਫਤ ਕੀਤੀ। ਕੋਈ ਝਾਰਖੰਡ ਦੇ ਕੋਈ ਵੈਸਟ ਬੰਗਾਲ ਦੇ ਨੰਬਰ ਸੀਗੇ। ਉਹ ਵੀ ਬਿਲਕੁਲ ਡੈਫੀਨੇਟਲੀ ਆ ਸਾਈਬਰ ਕ੍ਰਾਈਮ ਦੇ ਉੱਤੇ ਬਹੁਤ ਵੱਡਾ ਹੋਰ ਕੰਮ ਦੀ ਜ਼ਰੂਰਤ ਹੈ ਇਸ ਹਿਸਾਬ ਨਾਲ ਲੱਗ ਰਿਹਾ, ਕਿਉਂਕਿ ਸਾਈਬਰ ਕ੍ਰਾਈਮ ਜਿਹੜਾ ਹੈ ਅੱਜ ਕ੍ਰਾਈਮ ਦਾ ਇੱਕ ਵੱਡਾ ਰੂਪ ਹੈ ਔਰ ਕਾਰਨ ਬਣ ਗਿਆ। ਠੱਗਾਂ ਦਾ ਫੋਨ ਜਿਨ੍ਹਾਂ ਨੂੰ ਆਉਂਦਾ ਹੈ ਉਹ ਵੀ ਮੰਤਰੀ ਸਾਹਿਬ ਦੇ ਹੀ ਕਰੀਬੀ ਨੇ ਤੇ ਆਪਣੇ ਆਪ ਨੂੰ CM ਮੀਟਿੰਗ ਦੇ ਵਿੱਚ ਦੱਸ ਕੇ ਪੈਸੇ ਟ੍ਰਾਂਸਫਰ ਕਰਨ ਦੇ ਲਈ ਕਹਿੰਦੇ ਨੇ। ਉਹ ਰਿਕਾਰਡਿੰਗ ਵੀ ਸੁਣੋ ਜਿਸ ਦੇ ਵਿੱਚ ਛਾਤਰ ਮੰਤਰੀ ਜਿੰਪਾ ਦਾ ਨਾਮ ਲੈ ਕੇ ਪੈਸੇ ਮੰਗ ਰਹੇ ਸਨ। ਹੱਦ ਹੋ ਗਈ ਮਹਾਰਾਜ, 20,000 ਵਿੱਚ ਨੂੰ ਫਰਾਡ, ਮੇਰੇ ਪੀਏ ਨੂੰ ਕਹਿੰਦੇ ਫਰਾਡ ਹੁੰਦਾ ਪਿਆ, ਮਤਲਬ ਮੇਰੀ ਆਵਾਜ਼ ਨਹੀਂ ਪਹੁੰਚਾਉਣ ਆਉਂਦੀ ਤੁਹਾਨੂੰ, ਮੈਂ ਕੌਣ ਬੋਲਦਾ ਵਾ। ਆਪਾਂ ਇਹ ਛੋਟਾ ਜਿਹਾ ਟ੍ਰਾਂਸਫਰ ਕਰਾਉਣਾ ਹੋ ਜਾਊਗਾ। ਅਕਾਊਂਟ ਨੰਬਰ IFSC ਕੋਡ ਵਿਦ ਨੇਮ। ਯੈਸ ਸੈਂਡ ਕਰੋ ਭਾਜੀ, ਮੈਂ ਚੈੱਕ ਕਰ ਲੈਂਦਾ ਭਾਜੀ, ਮੈਂ ਦੱਸਦਾ ਉਹਨੇ 2 ਮਿੰਟ ਲੈ ਲਓ भैया। किसी को भेज दो ना घर पे सर के ले जाएगा पेमेंट, मैं कोई प्रोवाइड नहीं कर पाऊंगा। ਕੈਬਨਿਟ ਮੰਤਰੀ ਜਿੰਪਾ ਦੀ ਸ਼ਿਕਾਇਤ ਤੇ ਫੋਨ ਕਾਲ ਵਾਲੇ ਨੰਬਰਾਂ ਦੀ ਪੁਲਿਸ ਨੇ ਜਾਂਚ ਕੀਤੀ ਤੇ ਪਤਾ ਲੱਗਿਆ ਕਿ ਇਹ ਨੰਬਰ ਬੰਗਾਲ ਤੇ ਝਾਰਖੰਡ ਦੇ ਨਾਲ ਸੰਬੰਧਿਤ ਨੇ। ਫਿਲਹਾਲ ਕੈਬਨਿਟ ਮੰਤਰੀ ਜਿੰਪਾ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਚੰਡੀਗੜ੍ਹ ਤੋਂ ਅਮਨ ਭਾਰਦਵਾਜ, ਨਿਊਜ਼ 18 ਪੰਜਾਬ। ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।